ਹੈਲੋ ਸਟੂਡੈਂਟਸ, ਸਾਡਾ ਅੱਜ ਦਾ ਟੌਪਿਕ ਆ ਸੋਸ਼ੀਓਲੋਜੀ ਵਿਸ਼ੇ ਦੇ ਨਾਲ ਰਿਲੇਟਡ ਅਕਲਚਰੇਸ਼ਨ। ਇਸ ਦਾ ਮੀਨਿੰਗ, ਡੈਫੀਨੇਸ਼ਨਸ ਤੇ ਪ੍ਰੋਸੈਸ ਕਰਾਂਗੇ ਅਸੀਂ। ਜਿਹੜਾ ਇਹ ਟੌਪਿਕ ਹੈ ਸੋਸ਼ੀਓਲੋਜੀ ਸਬਜੈਕਟ ਦੇ ਨਾਲ ਬੀਐਡ ਸੈਮ 2 ਤੇ ਜਿਹੜੇ ਦੂਸਰੇ ਇੰਟੀਗ੍ਰੇਟਡ ਬੀਐਡ ਦੇ ਨਾਲ ਕੋਰਸ ਨੇ ਜਾਂ ਤੁਹਾਡੇ ਹੋਰ ਟੀਚਿੰਗ ਕੋਰਸ ਨੇ ਤਾਂ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਟੌਪਿਕ ਆ ਉਹ ਸ਼ਾਮਿਲ ਆ। ਤਾਂ ਅੱਜ ਅਸੀਂ ਇਹੀ ਟੌਪਿਕ ਕਲੀਅਰ ਕਰਦੇ ਹਾਂ। ਇਸ ਦਾ ਮੀਨਿੰਗ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜਿਹੜਾ ਅਕਲਚਰੇਸ਼ਨ ਸ਼ਬਦ ਆ ਉਸ ਨੂੰ ਪੰਜਾਬੀ 'ਚ ਸੰਸਕ੍ਰਿਤੀ ਗ੍ਰਹਿਣਤਾ ਬੋਲਦੇ ਨੇ। ਅਕਲਚਰੇਸ਼ਨ ਇਜ਼ ਦ ਲਰਨਿੰਗ ਆਫ ਐਪਰੋਪ੍ਰੀਏਟ ਬਿਹੇਵੀਅਰ ਆਫ ਵਨਜ਼ ਹੋਸਟ ਕਲਚਰ। ਤਾਂ ਅਕਲਚਰੇਸ਼ਨ ਕੀ ਆ, ਸੰਸਕ੍ਰਿਤੀ ਗ੍ਰਹਿਣਤਾ ਕੀ ਆ? ਕਿਸੇ ਹੋਰ ਕਲਚਰ ਨੂੰ ਸਿੱਖਣਾ ਜਾਂ ਕਿਸੇ ਹੋਰ ਕਲਚਰ ਮੁਤਾਬਕ ਵਿਵਹਾਰ ਕਰਨਾ। ਵੈਨ ਇੰਡੀਵਿਜੂਅਲਸ ਔਰ ਗਰੁੱਪ ਆਫ ਪੀਪਲ transition from living a lifestyle of their own culture to moving into a lifestyle of another culture, they must acculturate or come to adapt a new culture's behavior, values, customs, and languages. Effective acculturation allows the individual to maintain his principles and his self-respect and yet cope with all the challenges and opportunities of new culture। ਤਾਂ ਸੰਸਕ੍ਰਿਤੀ ਗ੍ਰਹਿਣਤਾ ਜਿਹੜੀ ਆ, ਜਦੋਂ ਕੋਈ ਵੀ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਆਪਣੇ ਸੱਭਿਆਚਾਰ ਦੀ ਜੀਵਨ ਸ਼ੈਲੀ ਨੂੰ ਬਦਲ ਕੇ ਕਿਸੇ ਹੋਰ ਸੱਭਿਆਚਾਰ ਦੇ ਜਿਉਣ ਦੇ ਢੰਗ ਨੂੰ ਅਪਣਾਉਂਦਾ ਹੈ ਤਾਂ ਉਹ ਨਵੇਂ ਸੱਭਿਆਚਾਰ ਦੇ ਮੁਤਾਬਕ ਉਸ ਤਰ੍ਹਾਂ ਦਾ ਬਿਹੇਵੀਅਰ, ਉਸ ਦੀਆਂ ਕਦਰਾਂ ਕੀਮਤਾਂ, ਉਸ ਦੇ ਰੀਤੀ ਰਿਵਾਜ ਅਤੇ ਉਸ ਦੀਆਂ ਜੋ ਵੀ ਟੀਚਿੰਗਸ ਨੇ ਉਹਨਾਂ ਨੂੰ ਸਿੱਖਦਾ ਹੈ ਅਤੇ ਅਪਣਾਉਂਦਾ ਹੈ ਅਤੇ ਉਹਨਾਂ ਮੁਤਾਬਕ ਹੀ ਲਾਈਫ ਸਟਾਈਲ ਨੂੰ ਚੇਂਜ ਕਰਦਾ ਹੈ। ਤਾਂ ਇਸੇ ਬਦਲਾਅ ਨੂੰ ਕੀ ਕਹਿੰਦੇ ਨੇ? ਸੰਸਕ੍ਰਿਤੀ ਗ੍ਰਹਿਣਤਾ, ਅਕਲਚਰੇਸ਼ਨ ਕਹਿੰਦੇ ਨੇ ਇਹਨਾਂ ਨੂੰ। ਤਾਂ ਇਹਦੇ ਵਿੱਚ ਜਿਹੜੀ ਪ੍ਰਭਾਵਸ਼ਾਲੀ ਸੰਸਕ੍ਰਿਤੀ ਗ੍ਰਹਿਣਤਾ ਹੁੰਦੀ ਆ, ਉਹਦੇ ਵਿੱਚ ਜਿਹੜਾ ਵਿਅਕਤੀ ਆ ਉਹ ਦੂਜਿਆਂ ਦੇ ਪ੍ਰਿੰਸੀਪਲ, ਕਲਚਰ ਦੇ ਪ੍ਰਿੰਸੀਪਲਸ ਅਤੇ ਉਹ ਸਾਰੀਆਂ ਚੀਜ਼ਾਂ ਤਾਂ ਸਿੱਖਦਾ ਹੈ, ਪਰ ਆਪਣੇ ਜਿਹੜੇ ਉਹਦੇ ਆਪਣੇ ਸਿਧਾਂਤ ਹੁੰਦੇ ਨੇ, ਆਪਣੀ ਸੈਲਫ ਰਿਸਪੈਕਟ ਹੁੰਦੀ ਆ ਅਤੇ ਆਪਣੇ ਜਿਹੜੇ ਉਹਦੇ ਕਲਚਰ ਦੇ ਅੱਛੇ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਉਹ ਜਾਣ ਨਹੀਂ ਦਿੰਦਾ ਅਤੇ ਉਹ ਕਦੇ ਵੀ ਆਪਣੇ ਇਹਨਾਂ ਚੀਜ਼ਾਂ ਨਾਲ ਸਮਝੌਤਾ ਨਹੀਂ ਕਰਦਾ। ਅੱਗੇ ਡੈਫੀਨੇਸ਼ਨਸ ਨੇ ਸਾਡੇ ਕੋਲ। ਸਭ ਤੋਂ ਪਹਿਲਾਂ ਰੈਡਫੀਲਡ ਦੀ ਡੈਫੀਨੇਸ਼ਨ ਆ, a comprehend of those phenomena which result when groups of individuals sharing different cultures come into continuous first-hand contact with subsequent changes in the original culture pattern of either or both groups। ਤਾਂ ਰੈਡਫੀਲਡ ਦੀ ਜਿਹੜੀ ਡੈਫੀਨੇਸ਼ਨ ਆ ਉਹ ਅਸੀਂ ਪੰਜਾਬੀ ਦੇ ਵਿੱਚ ਜੇ ਇਹਦੀ ਕਰੀਏ ਟਰਾਂਸਲੇਸ਼ਨ ਤਾਂ ਕੀ ਕਹਿੰਦੇ ਨੇ? ਇਹ ਉਹ ਘਟਨਾਵਾਂ ਹਨ ਜਿਹੜੀਆਂ ਕਿ ਉਦੋਂ ਹੁੰਦੀਆਂ ਹਨ ਜਦੋਂ ਵਿਅਕਤੀਆਂ ਦੇ ਸਮੂਹ ਵੱਖ-ਵੱਖ ਸੱਭਿਆਚਾਰਾਂ ਨਾਲ ਸਾਂਝ ਪਾਉਂਦੇ ਹੋਏ ਲਗਾਤਾਰ ਪ੍ਰਤੱਖ ਤੌਰ 'ਤੇ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ, ਜਿਸ ਰਾਹੀਂ ਕਿਸੇ ਇੱਕ ਜਾਂ ਦੋਵੇਂ ਸਮੂਹਾਂ ਦੇ ਅਸਲ ਸੱਭਿਆਚਾਰਕ ਨਮੂਨਿਆਂ ਵਿੱਚ ਤਬਦੀਲੀਆਂ ਆਉਂਦੀਆਂ ਹਨ। ਤਾਂ ਇਹ ਸੀਗੀ ਡੈਫੀਨੇਸ਼ਨ। ਅੱਗੇ ਸਾਡੇ ਕੋਲ ਡੈਫੀਨੇਸ਼ਨ ਹੈਗੀ ਆ ਗਰੇਵਜ਼ ਦੀ। ਤਾਂ ਗਰੇਵਜ਼ ਨੇ ਜਿਹੜੇ ਉਹ ਅਕਲਚਰੇਸ਼ਨ ਬਾਰੇ ਕੀ ਕਹਿੰਦੇ ਨੇ? ਦ ਚੇਂਜਿਸ ਇਨ ਇੰਡੀਵਿਜੂਅਲਸ ਹੂਜ਼ ਪ੍ਰਾਇਮਰੀ ਲਰਨਿੰਗ ਹੈਜ਼ ਬੀਨ ਵਨ ਕਲਚਰ ਹੂ ਟੇਕ ਓਵਰ ਟ੍ਰੇਡਸ ਆਫ ਅਨਦਰ ਕਲਚਰ। ਤਾਂ ਜਿਹੜੀ ਇਹ ਸੰਸਕ੍ਰਿਤੀ ਗ੍ਰਹਿਣਤਾ ਹੈ ਇਹਨੂੰ ਕੀ ਕਿਹਾ ਜਾ ਸਕਦਾ ਹੈ ਕਿ ਇਹ ਉਹ ਪ੍ਰਕਿਰਿਆ ਹੈ ਜਦੋਂ ਵਿਅਕਤੀ ਵੱਲੋਂ ਜਿਹੜੀ ਪ੍ਰਾਇਮਰੀ ਲਰਨਿੰਗ ਆ ਉਹ ਤਾਂ ਆਪਣੇ ਕਲਚਰ 'ਚ ਹੁੰਦੀ ਆ, ਮੀਨਸ ਸਭ ਤੋਂ ਪਹਿਲੇ ਸਬਕ ਨੇ ਜਿਹੜੇ ਉਹ ਆਪਣੇ ਕਲਚਰ 'ਚ ਲੈਂਦਾ ਏ ਅਤੇ ਬਾਕੀ ਗੁਣ ਨੇ ਜਿਹੜੇ ਅੱਗੇ ਜਿਹੜੇ ਗੁਣ ਨੇ ਉਹ ਦੂਸਰੇ ਕਲਚਰ ਦੇ ਅਪਣਾਉਂਦਾ ਏ। ਤਾਂ ਇਹ ਸੀਗੀਆਂ ਇਹਦੀਆਂ ਡੈਫੀਨੇਸ਼ਨਸ। ਅੱਗੇ ਸਾਡੇ ਕੋਲ ਜਿਹੜਾ ਅਕਲਚਰੇਸ਼ਨ ਆ ਉਹ ਕਿੰਨੇ ਤਰ੍ਹਾਂ ਦਾ ਹੁੰਦਾ ਏ, ਕਿਸ ਤਰ੍ਹਾਂ ਹੋ ਸਕਦਾ ਏ? ਤਾਂ ਅਸੀਂ ਦੋ ਤਰ੍ਹਾਂ ਦਾ ਲੈਂਦੇ ਹਾਂ ਇੱਥੇ, ਇਨਕਾਰਪੋਰੇਸ਼ਨ ਅਤੇ ਡਾਇਰੈਕਟ ਚੇਂਜ। ਜਿਹੜੀ ਕਲਚਰ ਦੇ ਵਿੱਚ ਚੇਂਜ ਆਉਂਦੀ ਆ, ਇੱਕ ਤਾਂ ਹੈਗੀ ਆ ਕਿ ਜਦੋਂ ਅਸੀਂ
ਸ਼ਮੂਲੀਅਤ ਕਰਦੇ ਹਾਂ। ਇਨਕੋਰਪੋਰੇਸ਼ਨ ਮੀਨਜ਼ ਸ਼ਮੂਲੀਅਤ ਕਰਨਾ, ਡਾਇਰੈਕਟ ਚੇਂਜ ਮੀਨਜ਼ ਸਿੱਧੀ ਜਿਹੜੀ ਚੇਂਜ ਆਉਣੀ, ਸਿੱਧਾ ਬਦਲਾਅ ਆਉਣਾ। ਤਾਂ ਸਭ ਤੋਂ ਪਹਿਲਾਂ ਇਨਕੋਰਪੋਰੇਸ਼ਨ ਦੇਖਦੇ ਆ, ਫ੍ਰੀ ਬੋਰੋਇੰਗ ਐਂਡ ਮੋਡੀਫਿਕੇਸ਼ਨ ਆਫ ਕਲਚਰ ਐਲੀਮੈਂਟਸ। ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਆਪਣੇ ਆਪ ਕਿਸੇ ਕਲਚਰ ਦੇ ਵਿੱਚ ਜਾ ਰਹੇ ਹੋ। ਪੀਪਲ ਆਫ ਡਿਫਰੈਂਟ ਕਲਚਰਸ ਮੇਨਟੇਨ ਕੰਟੈਕਟ ਐਜ਼ ਵੈਲ ਐਜ਼ ਪੋਲੀਟੀਕਲ ਐਂਡ ਸੋਸ਼ਲ ਸੈਲਫ ਡਿਟਰਮੀਨੇਸ਼ਨ। ਤਾਂ ਇੱਥੇ ਇਹ ਆ ਕਿ ਅਸੀਂ ਜਦੋਂ ਆਪਣੇ ਆਪ ਦੂਸਰੇ ਕਲਚਰ ਦੇ ਵਿੱਚ ਹੌਲੀ ਹੌਲੀ ਐਂਟਰ ਕਰਦੇ ਜਾਂਦੇ ਹਾਂ, ਚਾਹੇ ਉਹ ਪੋਲੀਟੀਕਲ ਕੋਈ ਸਾਡੇ 'ਤੇ ਇਫੈਕਟ ਹੋਵੇ, ਚਾਹੇ ਸੋਸ਼ਲ ਇਫੈਕਟ ਹੋਵੇ, ਤਾਂ ਅਸੀਂ ਆਪਣੇ ਨਿਰਣੇ ਆਪ ਲੈ ਕੇ ਅਸੀਂ ਉਸ ਕਲਚਰ ਦੇ ਵਿੱਚ ਐਂਟਰ ਕਰਦੇ ਹਾਂ। ਮੀਨਜ਼ ਉਸ ਕਲਚਰ ਦਾ ਪ੍ਰਭਾਵ ਸਾਡੇ 'ਤੇ ਪੈਂਦਾ ਤਾਂ ਅਸੀਂ ਆਪਣੇ ਆਪ ਉਸ ਵੱਲ ਨੂੰ ਜਾਂਦੇ ਹਾਂ। ਦੂਸਰਾ ਹੈਗਾ ਡਾਇਰੈਕਟ ਚੇਂਜ। ਵਨ ਗਰੁੱਪ ਐਸਟੈਬਲਿਸ਼ਿਜ਼ ਡੋਮੀਨੈਂਸ ਓਵਰ ਐਨਦਰ ਥਰੂ ਮਿਲਟਰੀ ਕੌਨਕੁਐਸਟ ਔਰ ਪੋਲੀਟੀਕਲ ਕੰਟਰੋਲ। ਜਦੋਂ ਇੱਕ ਸੱਤਾ ਦੇ ਉੱਤੇ ਦੂਸਰੀ ਸੱਤਾ ਕਾਬਜ਼ ਹੋ ਜਾਂਦੀ ਹੈ, ਜਾਂ ਇੱਕ ਸੁਸਾਇਟੀ ਦੇ ਉੱਤੇ ਸੱਤਾ ਚੇਂਜ ਹੋ ਜਾਂਦੀ ਹੈ, ਜਾਂ ਕੋਈ ਆਰਮੀ ਆ ਜਿਹੜੀ ਉਹ ਦੂਸਰੇ 'ਤੇ ਅਟੈਕ ਕਰਕੇ ਦੂਸਰੇ ਕੰਟਰੀ ਦੇ ਲੋਕਾਂ ਨੂੰ ਆਪਣੇ ਅੰਡਰ ਲੈ ਲੈਂਦੀ ਹੈ, ਤਾਂ ਇਸ ਤਰ੍ਹਾਂ ਨਾਲ ਕੀ ਆ, ਜਿਹੜੀ ਚੇਂਜ ਆਉਂਦੀ ਹੈ ਕਲਚਰ ਦੇ ਵਿੱਚ ਜਾਂ ਲਾਈਫ ਸਟਾਈਲ ਦੇ ਵਿੱਚ, ਉਸ ਨੂੰ ਡਾਇਰੈਕਟ ਚੇਂਜ ਬੋਲਿਆ ਜਾਂਦਾ। ਤਾਂ ਇਹ ਚੇਂਜ ਆ ਜਿਹੜੀ ਇਹ ਜ਼ਬਰਦਸਤੀ ਹੋ ਸਕਦੀ ਆ ਜਾਂ ਮਜਬੂਰੀ ਵਸ਼ ਹੋ ਸਕਦੀ ਆ। ਤਾਂ ਇਸ ਤਰ੍ਹਾਂ ਨਾਲ ਜਿਹੜੀਆਂ ਅਕਲਚਰੇਸ਼ਨ ਦੀਆਂ 2 ਟਾਈਪਸ ਨੇ ਜਿਹੜੀਆਂ ਉਹ ਹੁੰਦੀਆਂ ਨੇ। ਹਾਂਜੀ, ਅੱਗੇ ਸਾਡੇ ਕੋਲ ਹੈਗੇ ਨੇ ਅਕਲਚਰੇਸ਼ਨ ਦੀਆਂ ਸਟ੍ਰੈਟਜੀਜ਼। ਤਾਂ ਇਹ ਜਿਹੜੀਆਂ ਰਣਨੀਤੀਆਂ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਇਹ 2 ਪ੍ਰਿੰਸੀਪਲਸ ਦੇ ਉੱਤੇ, 2 ਜਿਹੜੇ ਸਿਧਾਂਤ ਨੇ ਉਹਨਾਂ ਦੇ ਉੱਤੇ ਕੰਮ ਕਰਦੀਆਂ ਨੇ। ਕਲਚਰਲ ਮੇਨਟੇਨੈਂਸ ਐਂਡ ਕੰਟੈਕਟ ਪਾਰਟੀਸਿਪੇਸ਼ਨ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਲਚਰਲ ਮੇਨਟੇਨੈਂਸ। ਇਹ ਕੀ ਹੁੰਦਾ ਹੈ? ਇਹਦੇ ਵਿੱਚ ਵਿਅਕਤੀ ਆਪਣੀ ਸੱਭਿਆਚਾਰਕ ਪਹਿਚਾਣ ਦਾ ਮੁੱਲ ਪਾਉਂਦੇ ਨੇ ਅਤੇ ਉਸਦੀ ਸਾਂਭ ਸੰਭਾਲ ਕਰਦੇ ਨੇ। ਇਟ ਮੀਨਜ਼ ਇਹਦੇ ਵਿੱਚ ਵਿਅਕਤੀ ਦੀ ਸੈਲਫ ਰਿਸਪੈਕਟ ਮੇਨਟੇਨ ਰਹਿੰਦੀ ਆ ਅਤੇ ਉਹ ਅੱਗੇ ਪੀੜ੍ਹੀ ਦਰ ਪੀੜ੍ਹੀ ਜਿਹੜਾ ਕਲਚਰ ਉਸ ਨੂੰ ਪਹੁੰਚਾਉਂਦੇ ਰਹਿੰਦੇ ਨੇ। ਫਿਰ ਹੈ ਕੰਟੈਕਟ ਪਾਰਟੀਸਿਪੇਸ਼ਨ। ਇਹਦੇ ਵਿੱਚ ਸੰਪਰਕ ਅਤੇ ਭਾਗ ਲੈਣਾ। ਮੀਨਜ਼ ਅਸੀਂ ਦੂਸਰੇ ਕਲਚਰ ਦੇ ਵਿੱਚ ਐਂਟਰ ਹੁੰਦੇ ਹਾਂ ਅਤੇ ਉਹਨਾਂ ਦੂਸਰੇ ਜਿਹੜੇ ਸਮੂਹ ਦੇ ਮੈਂਬਰ ਨੇ ਜਾਂ ਗਰੁੱਪ ਮੈਂਬਰਸ ਨੇ, ਉਹਨਾਂ ਨਾਲ ਅਸੀਂ ਇੰਟਰੈਕਸ਼ਨ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਜਿਹੜਾ ਅਸੀਂ ਅੱਗੇ ਉਹਨਾਂ ਦੇ ਕਲਚਰ ਦੇ ਵਿੱਚ ਐਂਟਰ ਕਰਦੇ ਹਾਂ। ਤਾਂ ਜਿਹੜੀ ਇਹ 4 ਤਰੀਕਿਆਂ ਨਾਲ ਜਿਹੜਾ ਇਹ ਅਕਲਚਰੇਸ਼ਨ ਆ ਉਹ ਹੁੰਦੀ ਆ। ਸਭ ਤੋਂ ਪਹਿਲਾਂ ਹੈਗਾ ਇੰਟੀਗ੍ਰੇਸ਼ਨ, ਇਹਨੂੰ ਅਖੰਡਤਾ ਬੋਲਦੇ ਨੇ ਪੰਜਾਬੀ 'ਚ। ਇਹਦੇ ਵਿੱਚ ਕੀ ਹੁੰਦਾ, ਵਿਅਕਤੀ ਆਪਣੀ ਸੱਭਿਆਚਾਰਕ ਹੋਂਦ ਬਰਕਰਾਰ ਰੱਖਦੇ ਹੋਏ ਦੂਸਰੇ ਸੱਭਿਆਚਾਰ ਵਿੱਚ ਵੀ ਭਾਗ ਲੈਂਦਾ ਹੈ। ਮੀਨਜ਼ ਆਪਣੇ ਸੱਭਿਆਚਾਰ ਨੂੰ ਵੀ ਬਰਕਰਾਰ ਰੱਖਦਾ ਅਤੇ ਦੂਸਰੇ ਸੱਭਿਆਚਾਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਵੀ ਭਾਗ ਲੈਂਦਾ ਹੈ। ਫਿਰ ਹੈ ਅਸਿਮੀਲੇਸ਼ਨ। ਇਹਦੇ 'ਚ ਕੀ ਹੁੰਦਾ, ਇਹਨੂੰ ਜਜ਼ਬ ਹੋਣਾ ਕਹਿੰਦੇ ਨੇ ਪੰਜਾਬੀ 'ਚ। ਇਸ ਵਿੱਚ ਵਿਅਕਤੀ ਆਪਣੀ ਸੱਭਿਆਚਾਰਕ ਪਛਾਣ ਨੂੰ ਛੱਡ ਕੇ ਦੂਸਰੇ ਸੱਭਿਆਚਾਰ ਵਿੱਚ ਘੁਲ ਮਿਲ ਜਾਂਦਾ ਹੈ। ਨੈਕਸਟ ਹੈਗਾ ਤੁਹਾਡਾ ਸੈਪਰੇਸ਼ਨ, ਵਖਰੇਵਾਂ ਜਾਂ ਵੱਖਰਾ ਹੋਣਾ। ਇਹਦੇ ਵਿੱਚ ਕੀ ਕਰਦਾ ਹੈ ਵਿਅਕਤੀ, ਆਪਣੀ ਸੱਭਿਆਚਾਰਕ ਪਹਿਚਾਣ ਜਾਂ ਹੋਂਦ ਬਣਾ ਕੇ ਰੱਖਦਾ ਹੈ ਅਤੇ ਦੂਜੇ ਸੱਭਿਆਚਾਰ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ, ਮੀਨਸ ਸੈਪਰੇਟ ਰਹਿੰਦਾ ਹੈ। ਫਿਰ ਚੌਥਾ ਸਟ੍ਰੈਟਜੀ ਕੀ ਆ, ਮਾਰਜਨਲਾਈਜੇਸ਼ਨ, ਹਾਸ਼ੀਏ 'ਚ ਰਹਿਣਾ ਕਹਿ ਸਕਦੇ ਇਹਨੂੰ ਪੰਜਾਬੀ 'ਚ। ਨਾ ਤਾਂ ਵਿਅਕਤੀ ਆਪਣੇ ਸੱਭਿਆਚਾਰ ਨਾਲ ਜੁੜਦਾ ਹੈ, ਨਾ ਹੀ ਦੂਜੇ ਸੱਭਿਆਚਾਰ ਦੇ ਵਿੱਚ ਭਾਗ ਲੈਂਦਾ ਹੈ, ਤਾਂ ਉਹ ਮਾਰਜਨ ਦੇ ਵਿੱਚ ਰਹਿੰਦਾ ਹੈ। ਤਾਂ ਇਹ ਸੀਗੀਆਂ ਇਸ ਦੀਆਂ ਰਣਨੀਤੀਆਂ। ਅੱਗੇ ਹੈਗੀ ਪ੍ਰੋਸੈਸ ਆਫ ਕਲਚਰੇਸ਼ਨ। ਤਾਂ ਜਿਸ ਤਰ੍ਹਾਂ ਦੀਆਂ ਰਣਨੀਤੀਆਂ ਨੇ ਤਕਰੀਬਨ ਉਸੇ ਤਰ੍ਹਾਂ ਹੀ ਪ੍ਰੋਸੈਸ ਆ ਸੰਸਕ੍ਰਿਤੀ ਗ੍ਰਹਿਣਤਾ ਦੀ। ਤਾਂ ਸਭ ਤੋਂ ਪਹਿਲਾ ਸਟੈਪ ਜਿਹੜਾ ਅਸੀਂ ਕਰਾਂਗੇ ਲੈਂਗੁਏਜ। ਜਦੋਂ ਅਸੀਂ ਕਿਸੇ ਸਪੋਜ਼ ਕਰੋ ਅਸੀਂ ਐਗਜ਼ਾਮਪਲ ਲੈ ਕੇ ਸੋਚਦੇ ਹਾਂ ਕਿ ਅਸੀਂ ਕਿਸੇ ਬਾਹਰਲੇ ਕੰਟਰੀਜ਼ ਜਾਂਦੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ ਉੱਥੋਂ ਦੀ ਲੈਂਗੁਏਜ ਸਿੱਖਦੇ ਹਾਂ। ਦੂਸਰੇ ਅਸੀਂ ਕਮਿਊਨਿਟੀ ਦੇ ਵਿੱਚ ਜਾਂਦੇ ਹਾਂ ਜਾਂ ਦੂਸਰੇ ਕਲਚਰ ਦੇ ਵਿੱਚ ਜਾਂਦੇ ਹਾਂ, ਤਾਂ ਉਹਦੇ ਵਿੱਚ ਜਾਣ ਲਈ ਸਾਨੂੰ ਸਭ ਤੋਂ ਪਹਿਲਾਂ ਉਸ ਦੀ ਲੈਂਗੁਏਜ ਸਿੱਖਣੀ ਪੈਂਦੀ ਹੈ। ਤਾਂ ਅਸੀਂ ਲੈਂਗੁਏਜ ਦੇ ਥਰੂ ਉਸ ਦੇ ਵਿੱਚ ਐਂਟਰ ਕਰਦੇ ਹਾਂ। ਫਿਰ ਹੈ ਇਮਰਸ਼ਨ। ਇਹਦਾ ਮਤਲਬ ਸ਼ਾਮਲ ਹੋਣਾ ਹੈ। ਜਦੋਂ ਅਸੀਂ ਨਵੇਂ ਸੱਭਿਆਚਾਰ ਦੇ ਵਿੱਚ ਲੈਂਗੁਏਜ ਰਾਹੀਂ ਐਂਟਰ ਕਰਦੇ ਹਾਂ, ਤਾਂ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਦਾ ਰਹਿਣ ਸਹਿਣ, ਰੀਤੀ ਰਿਵਾਜ਼ ਜਾਂ ਜੋ ਵੀ ਅਡੋਪਟੇਬਲ ਅਸੈਪਟੇਬਲ ਬਿਹੇਵੀਅਰ ਆ,
ਜਾਂ ਜੋ ਵੀ ਉਹਨਾਂ ਦਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਮੁਤਾਬਕ ਅਸੀਂ ਚੱਲਦੇ ਹਾਂ ਤਾਂ ਇਹਨੂੰ ਇਮਰਜਨ ਬੋਲਦੇ ਨੇ। ਫਿਰ ਹੈ ਅਸਿਮੀਲੇਸ਼ਨ, ਜਜ਼ਬ ਹੋਣਾ। ਮੀਨਜ਼ ਅਸੀਂ ਇੰਨਾ ਮਿਲ ਮਿਲਾਪ ਕਰ ਲੈਂਦੇ ਹਾਂ ਪੈਦਾ ਦੂਸਰੇ ਜਿਹੜਾ ਕਲਚਰ ਆ ਉਹਦੇ ਵਿੱਚ ਕਿ ਅਸੀਂ ਐਜ਼ ਉਸ ਸੁਸਾਇਟੀ ਦੇ ਮੈਂਬਰ ਦੀ ਤਰ੍ਹਾਂ ਹੀ ਬਿਹੇਵੀਅਰ ਕਰਦੇ ਹਾਂ ਅਤੇ ਉਸ ਕਲਚਰ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਨਾਲ ਛਾ ਜਾਂਦੇ ਹਾਂ ਜਾਂ ਉਹ ਕਲਚਰ ਸਾਡੇ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਦਿੰਦਾ ਹੈ। ਫਿਰ ਹੈ ਇੰਟੀਗ੍ਰੇਸ਼ਨ, ਏਕੀਕਰਨ। ਤਾਂ ਇਹਦੇ 'ਚ ਕੀ ਆ ਕਿ ਸਮਾਜ 'ਚ ਸਮਾਨ ਸਮਝੇ ਜਾਣ ਵਾਲੇ ਮਾਹੌਲ ਵਿੱਚ ਸਮਾਜਿਕ ਰੂਪ ਵਿੱਚ ਭਾਗ ਲੈਣਾ। ਮੀਨਜ਼ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਵੀ ਮਨੁੱਖ ਆ ਜਿਹੜਾ ਉਹ ਭਾਗ ਲੈਂਦਾ ਹੈ। ਜਿਵੇਂ ਤੁਸੀਂ ਇਹ ਕਹਿ ਲਓ ਕਿ ਜਿਹੜੀਆਂ ਗੌਰਮੈਂਟ ਦੀਆਂ ਪਾਲਿਸੀਜ਼ ਹੁੰਦੀਆਂ ਨੇ ਜਾਂ ਬੈਨੀਫਿਟਸ ਹੁੰਦੇ ਨੇ ਜਾਂ ਜੋ ਵੀ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਜੋ ਵੀ ਉਹਨਾਂ ਦੀ ਬੈਨੀਫਿਸ਼ੀਅਲ ਪ੍ਰੋਸੈਸ ਹੁੰਦੇ ਨੇ ਉਹਨਾਂ ਦੇ ਵਿੱਚ ਸਾਰਿਆਂ ਕਿਤੇ ਭਾਗ ਲੈ ਸਕਦਾ, ਇਲੈਕਸ਼ਨ ਸਿਸਟਮ ਦੇ ਵਿੱਚ ਭਾਗ ਲੈ ਸਕਦਾ ਤਾਂ ਕੈਂਡੀਡੇਟ ਦੇ ਤੌਰ 'ਤੇ ਖੜਾ ਹੋ ਸਕਦਾ ਹੈ ਜਾਂ ਇਸ ਤਰ੍ਹਾਂ ਨਾਲ। ਇਹ ਸਾਰੀਆਂ ਐਗਜ਼ਾਮਪਲਸ ਨੇ ਜਿਹੜੀਆਂ ਇਹ ਕੀ ਨੇ ਪ੍ਰੋਸੈਸ ਆਫ ਕਲਚਰੇਸ਼ਨ ਦੀਆਂ ਨੇ ਕਿ ਲੈਂਗੁਏਜ, ਇਮਰਜਨ, ਅਸਿਮੀਲੇਸ਼ਨ ਐਂਡ ਇੰਟੀਗ੍ਰੇਸ਼ਨ। ਤਾਂ ਇਹ ਅੱਜ ਸਾਡਾ ਟੌਪਿਕ ਸੀਗਾ ਕਲਚਰੇਸ਼ਨ ਦਾ। ਅੱਜ ਲਈ ਇੰਨਾ ਹੀ ਕਾਫੀ। ਮਿਲਦੇ ਹਾਂ ਫਿਰ ਅਗਲੇ ਟੌਪਿਕ ਦੇ ਨਾਲ। ਥੈਂਕ ਯੂ। ਓਕੇ।